ਸਰੋਤਿਓ, ਆਓ ਸੁਣੀਏ ਅੱਜ ਦੀ ਕਹਾਣੀ। ਇੱਕ ਸੀ ਚਿੜੀ ਅਤੇ ਇੱਕ ਸੀ ਕਾਂ। ਉਹਨਾਂ ਨੇ ਜੀ ਸਲਾਹ ਬਣਾਈ ਵੀ ਆਪਾਂ ਕੋਈ ਵਾਹਣ ਠੇਕੇ 'ਤੇ ਲਈਏ। ਉਹਨਾਂ ਨੇ ਜੀ ਲੰਬੜਦਾਰ ਤੋਂ ਕੁਝ ਜ਼ਮੀਨ ਠੇਕੇ 'ਤੇ ਲੈ ਲਈ। ਚਿੜੀ ਕਾਂ ਨੂੰ ਕਹਿੰਦੀ ਹੈ, ਆਵੇ ਕਾਵਾਂ, ਆਪਾਂ ਖੇਤ ਵਾਹ ਆਈਏ। ਬਰਾਨੀ ਜ਼ਮੀਨਾਂ ਹੁੰਦੀਆਂ ਸੀ ਉਦੋਂ, ਇੰਨੇ ਨੂੰ ਮੀਂਹ ਪੈ ਜਾਊਗਾ। ਕਾਂ ਬੜਾ ਸ਼ੈਤਾਨ ਸੀ। ਉਹ ਚਿੜੀ ਨੂੰ ਕਹਿੰਦਾ, ਪੈਰੀ ਮੋਜੇ ਪਾਇਆ ਵਾਂ, ਹੁੱਕੇ ਦੀ ਕੁੱਟ ਲਾਇਆ ਵਾਂ, ਸਿਉਨੇ ਚੋਂ ਝੁੰਬੜਾਇਆ ਵਾਂ, ਤੂੰ ਚੱਲ ਮੈਂ ਠੁਮ ਠੁਮ ਕਰਦਾ ਆਇਆ। ਜਾਣਾ ਉਹਨੇ ਕੀ ਸੀ? ਚਿੜੀ ਵਿਚਾਰੀ ਇਕੱਲੀ ਹੋਈ ਖੇਤ ਵਾਹ ਆਈ, ਇੰਨੇ ਨੂੰ ਮੀਂਹ ਪੈ ਗਿਆ। ਹੁਣ ਚਿੜੀ ਕਹਿੰਦੀ, ਕਾਵਾਂ, ਆਪਾਂ ਸੂੜ ਪੱਟ ਆਈਏ ਅਤੇ ਬਾਜਰਾ ਹੀ ਬੀਜ ਦਈਏ। ਉਹਨੇ ਜੀ ਚਿੜੀ ਦੇ ਹੱਥ ਕਹੀ ਫੜਾਤੀ ਅਤੇ ਕਹਿੰਦਾ, ਪੈਰੀ ਮੋਜੇ ਪਾਇਆ ਵਾਂ, ਹੁੱਕੇ ਦੀ ਕੁੱਟ ਲਾਇਆ ਵਾਂ, ਸਿਉਨੇ ਚੋਂ ਝੁੰਬੜਾਇਆ ਵਾਂ, ਤੂੰ ਚੱਲ ਮੈਂ ਠੁਮ ਠੁਮ ਕਰਦਾ ਆਇਆ। ਚਿੜੀ ਵਿਚਾਰੀ ਆਪ ਹੀ ਸੂੜ ਸਾੜ ਪੱਟ ਆਈ ਅਤੇ ਆ ਕੇ ਕਹਿੰਦੀ, ਕਾਵਾਂ, ਆਪਾਂ ਹੁਣ ਸੁਹਾਗ ਕੇ ਬਾਜਰੇ ਬੀਜ ਆਈਏ। ਕਾਂ ਨੇ ਜੀ ਫੇਰ ਉਹਨੂੰ ਬਲਦ ਦੇਤੇ, ਹਲ ਜੁੜਾਤਾ, ਬਾਜਰਾ ਦੇਤਾ ਅਤੇ ਕਹਿੰਦਾ, ਪੈਰੀ ਮੋਜੇ ਪਾਇਆ ਵਾਂ, ਹੁੱਕੇ ਦੀ ਕੁੱਟ ਲਾਇਆ ਵਾਂ, ਸਿਉਨੇ ਚੋਂ ਝੁੰਬੜਾਇਆ ਵਾਂ, ਤੂੰ ਚੱਲ ਮੈਂ ਠੁਮ ਠੁਮ ਕਰਦਾ ਆਇਆ। ਉਹ ਜੀ ਨਾ ਗਿਆ। ਚਿੜੀ ਬਾਜਰਾ ਵੀ ਬੀਜ ਆਈ। ਵਿਚਾਰੀ ਨੇ ਇੰਨੀ ਮਿਹਨਤ ਕੀਤੀ, ਹੁਣ ਗਿੱਠ ਗਿੱਠ ਬਾਜਰਾ ਵੀ ਹੋ ਗਿਆ। ਉਹਨੇ ਆ ਕੇ ਫਿਰ ਕਾਂ ਨੂੰ ਦੱਸਿਆ, ਕਹਿੰਦੀ, ਹਾਂ ਵੀ ਕਾਵਾਂ, ਕਹਿੰਦੀ, ਆ ਜਾ ਆਪਾਂ ਹੁਣ ਗੋਡੀ ਕਰ ਆਈਏ। ਕਾਂ ਦਾ ਫੇਰ ਉਹੀ ਰਟਾ ਰਟਾਇਆ ਜਵਾਬ, ਪੈਰੀ ਮੋਜੇ ਪਾਇਆ ਵਾਂ, ਹੁੱਕੇ ਦੀ ਕੁੱਟ ਲਾਇਆ ਵਾਂ, ਸਿਉਨੇ ਚੋਂ ਝੁੰਬੜਾਇਆ ਵਾਂ, ਤੂੰ ਚੱਲ ਮੈਂ ਠੁਮ ਠੁਮ ਕਰਦਾ ਆਇਆ। ਉਹ ਨਾ ਗਿਆ ਜੀ। ਚਿੜੀ ਵਿਚਾਰੀ ਕਮਜ਼ੋਰ ਸੀ, ਨਾ ਉਹਦੇ ਨਾਲ ਸੀਰ ਤੋੜ ਸਕਦੀ ਸੀ। ਉਹਨੇ ਜੀ ਇਕੱਲੀ ਨੇ ਹੀ ਬਾਜਰਾ ਕੁੱਟ ਲਿਆ। ਇੰਨੇ ਨੂੰ ਬਾਜਰਾ ਨਸਾਰੇ 'ਤੇ ਆ ਗਿਆ, ਸਿੱਟਿਆਂ 'ਤੇ। ਕਹਿੰਦੀ, ਵੀ ਕਾਵਾਂ, ਆਪਾਂ ਮਣਾ ਪਾ ਲਈਏ, ਨਹੀਂ ਤਾਂ ਦੂਏ ਜਾਨਵਰ ਖਾ ਜਾਣਗੇ। ਆ ਜਾ ਆਪਾਂ ਰਾਖੀ ਕਰੀਏ। ਉਹਨੇ ਜੀ ਸੱਬਲ ਕਹੀ, ਲੱਕੜਾਂ, ਕੁਹਾੜੀ ਦੇ ਕੇ ਫਿਰ ਚਿੜੀ ਨੂੰ ਘੱਲਤਾ। ਕਹਿੰਦਾ, ਤੂੰ ਚੱਲ ਮੈਂ ਆਉਣਾ। ਜਾਣਾ ਉਹਨੇ ਕੀ ਸੀ, ਫੇਰ ਨਾ ਗਿਆ। ਇਸੇ ਤਰ੍ਹਾਂ ਚਿੜੀ ਰਾਖੀ ਕਰਦੀ ਰਹੀ। ਬਾਜਰਾ ਪੱਕ ਗਿਆ। ਉਹਨੇ ਫੇਰ ਆਖਿਆ, ਕਾਵਾਂ, ਹੁਣ ਤਾਂ ਕਹਿੰਦੀ ਬਾਜਰਾ ਪੱਕ ਗਿਆ, ਮੈਂ ਤਾਂ ਰਾਖੀ ਕਰਦੀ ਰਹੀ, ਆ ਜਾ ਹੁਣ ਆਪਾਂ ਡੁੰਗ ਲਿਆਈਏ। ਉਹ ਫੇਰ ਕਹਿੰਦਾ, ਪੈਰੀ ਮੋਜੇ ਪਾਇਆ ਵਾਂ, ਹੁੱਕੇ ਦੀ ਕੁੱਟ ਲਾਇਆ ਵਾਂ, ਸਿਉਨੇ ਚੋਂ ਝੁੰਬੜਾਇਆ ਵਾਂ, ਤੂੰ ਚੱਲ ਮੈਂ ਠੁਮ ਠੁਮ ਕਰਦਾ ਆਇਆ। ਚਿੜੀ ਵਿਚਾਰੀ ਨੇ ਬਾਜਰਾ ਵੀ ਡੁੰਗ ਲਿਆ। ਉਹ ਕਹਿੰਦੀ, ਹੁਣ ਇਹ ਬਾਜਰਾ ਇਕੱਲੀ ਤੋਂ ਮੇਰੇ ਤੋਂ ਪਿੰਡ 'ਚ ਨਹੀਂ ਆਉਣਾ, ਆ ਜਾ ਆਪਾਂ ਦੋਵੇਂ ਚੱਲੀਏ ਅਤੇ ਇਕੱਠਾ ਕਰੀਏ। ਕੌਂ ਫੇਰ ਨਹੀਂ ਗਿਆ ਜੀ। ਚਿੜੀ ਵਿਚਾਰੀ ਨੇ ਟੋਕਰਿਆਂ ਟਾਕਰਿਆਂ 'ਚ ਪਾ ਕੇ ਸਾਰਾ ਕੁਝ ਪਿੰਡ 'ਚ ਲੈ ਆਈ। ਉੱਥੇ ਲਿਆ ਕੇ ਕਹਿੰਦੀ, ਆ ਜਾ, ਕਹਿੰਦੀ, ਆਪਾਂ ਹੁਣ ਗੁਹਾਈ ਕਰ ਲਈਏ। ਕਾਂ ਫੇਰ ਉਹੀ ਗੱਲ ਕਹਿੰਦਾ, ਪੈਰੀ ਮੋਜੇ ਪਾਇਆ ਵਾਂ, ਹੁੱਕੇ ਦੀ ਕੁੱਟ ਲਾਇਆ ਵਾਂ, ਸੋਨੇ ਚੋਂ ਝੁੰਬੜਾਇਆ ਵਾਂ, ਤੂੰ ਚੱਲ ਮੈਂ ਠੁਮ ਠੁਮ ਕਰਦਾ ਆਇਆ। ਉਹ ਵਿਚਾਰੀ ਨੇ ਜੀ ਬਾਜਰਾ ਗਾ ਲਿਆ। ਗਾ ਕੇ ਅਗਲੇ ਦਿਨ ਹਵਾ ਚੱਲੀ ਅਤੇ ਆਂਦੀ, ਅੱਜ ਤਾਂ ਕਾਵਾਂ ਤੂੰ ਆ ਜਾ, ਮੂਹਰੇ ਮਾਂਜਾ ਹੀ ਲਾ ਦੇ, ਮੈਤੋਂ ਇਕੱਲੀ ਤੋਂ ਸੂਤ ਨਹੀਂ ਆਉਣਾ। ਉਹਦਾ ਫੇਰ ਉਹੀ ਜਵਾਬ ਸੀ, ਰਟਾਇਆ ਰਟਾਇਆ, ਪੈਰੀ ਮੋਜੇ ਪਾਇਆ ਵਾਂ, ਹੁੱਕੇ ਦੀ ਕੁੱਟ ਲਾਇਆ ਵਾਂ, ਸਿਉਨੇ ਚੋਂ ਝੁੰਬੜਾਇਆ ਵਾਂ, ਤੂੰ ਚੱਲ ਮੈਂ ਠੁਮ ਠੁਮ ਕਰਦਾ ਆਇਆ। ਚਿੜੀ ਵਿਚਾਰੀ ਨੇ ਇਕੱਲੀ ਨੇ ਹੀ ਬਾਜਰਾ ਕੱਢ ਲਿਆ ਜੀ ਅਤੇ ਢੇਰੀ ਲਾਤੀ। ਕਹਿੰਦੀ, ਆ ਜਾ, ਹੁਣ ਆਪਣਾ ਹਿੱਸਾ ਤਾਂ ਬਣਾ ਲੈ। ਜਦੋਂ ਹਿੱਸੇ ਵਾਲੀ ਗੱਲ ਆਖੀ ਤਾਂ ਕਾਂ ਨੇ ਪੈਰੀ ਮੋਜੇ ਵੀ ਨਾ ਪਾਏ, ਸਿੱਧੀ ਉਡਾਰੀ ਮਾਰੀ। ਚਿੜੀ ਵਿਚਾਰੀ ਪਿੱਛੇ ਪਿੱਛੇ, ਕਾਂ ਉਹਦੇ ਅੱਗੇ ਅੱਗੇ ਪਿੰਡ 'ਚ ਜਾ ਵੜੇ। ਚਿੜੀ ਦੇ ਆਉਣ ਤੋਂ ਪਹਿਲਾਂ ਹੀ ਕਾਂ ਬੋਹਲ 'ਤੇ ਛਾਲਾ ਮਾਰਦਾ ਫਿਰੇ। ਚਿੜੀ ਜਦੋਂ ਪਹੁੰਚੀ, ਕਹਿੰਦਾ, ਸੁਣਨੀ ਚਿੜੀਏ, ਕਹਿੰਦੀ, ਦੱਸ ਭਾਈ, ਆਖੇ ਮਿਹਨਤ ਤਾਂ ਤੂੰ ਬਹੁਤ ਕੀਤੀ ਆ, ਮੈਥੋਂ ਤਾਂ ਆਇਆ ਹੀ ਨਹੀਂ ਗਿਆ। ਆ ਤੂਤਰੇ ਦੀ ਢੇੜੀ ਵੱਡੀ ਹੁੰਦੀ ਆ, ਇਹ ਤੇਰੀ,
ਆ ਜਿਹੜੀ ਛੋਟੀ ਆ ਦਾਣੇ ਵਾਲੀ ਇਹ ਮੇਰੀ। ਜਦੋਂ ਇਹ ਗੱਲ ਆਖੀ ਤਾਂ ਚਿੜੀ ਵਿਚਾਰੀ ਦਾ ਸਾਹ ਸੁੱਕ ਗਏ। ਉਹ ਕਹਿੰਦੀ ਹੈ ਮੈਂ ਤਾਂ ਸਾਰਾ ਕੁਝ ਕਰ ਕਰਾ ਕੇ ਕੋੜੀ ਨੂੰ ਹਿੱਸਾ ਦੇਣ ਨੂੰ ਤਿਆਰ ਹਾਂ, ਇਹ ਤਾਂ ਸਾਰੀ ਫਸਲ 'ਤੇ ਦਾਬਾ ਮਾਰੀ ਜਾਂਦਾ। ਚਿੜੀ ਦੀ ਸੁਰਤੀ ਰੱਬ ਨਾਲ ਜੁੜ ਗਈ। ਕਹਿੰਦੀ ਹੇ ਪਰਮਾਤਮਾ, ਮੇਰੇ ਨਾਲ ਇੰਨਾ ਬੇਇਨਸਾਫ, ਮੈਂ ਇਕੱਲੀ ਨੇ ਸਾਰਾ ਕੰਮ ਕਰਿਆ ਫਿਰ ਵੀ ਇਹਨੂੰ ਹਿੱਸਾ ਦਿੰਦੀ ਆ, ਇਹ ਹੁਣ ਸਾਰੇ 'ਤੇ ਹੀ ਕਬਜ਼ਾ ਕਰੀ ਜਾਂਦਾ। ਅੱਛਾ ਜੋ ਤੂੰ ਕਰਦਾ ਮਾਲਕਾ, ਠੀਕ ਹੀ ਕਰਦਾ, ਮੈਂ ਤਾਂ ਸਬਰ ਕਰਕੇ ਉੱਠ ਜਾਊਂਗੀ ਇੱਥੋਂ, ਹੋਰ ਮੇਰਾ ਕੀ ਹੈ। ਦੱਸਦੇ ਆ ਵੀ ਉਸ ਤੋਂ ਬਾਅਦ ਜ਼ੋਰ ਦੀ ਮੀਂਹ ਪਿਆ, ਗੜੇ ਵੀ ਪਏ। ਉਹ ਚਿੜੀ ਤਾਂ ਜੀ ਆਪਣੇ ਤੂਤੜੇ 'ਚ ਲੁਕ ਗਈ। ਕਾਂ ਬੜਾ ਸੀ ਅਤੇ ਆਪਣੇ ਦਾਣੇ ਦੇ ਉੱਤੇ ਹੀ ਬੈਠਾ ਰਿਹਾ ਅਤੇ ਗੜਿਆਂ ਨੇ ਕਾਂ ਨੂੰ ਮਾਰਤਾ। ਥੋੜ੍ਹੇ ਚਿਰ ਪਿੱਛੋਂ ਧੁੱਪ ਨਿਕਲ ਆਈ। 10-15 ਮਿੰਟ ਬਾਅਦ ਚਿੜੀ ਵੀ ਬਾਹਰ ਆ ਗਈ ਅਤੇ ਕੀ ਵਹਿੰਦੀ ਹੈ ਕਿ ਕਾਂ ਮਰਿਆ ਪਿਆ। ਉਹ ਆਪਦੇ ਜਵਾਕਾਂ ਜੱਲਿਆਂ ਨੂੰ ਲਿਆਉਂਦੀ ਹੈ ਅਤੇ ਦਾਣੇ ਚੱਕ ਕੇ ਲੈ ਜਾਂਦੀ ਹੈ। ਇਸ ਤਰ੍ਹਾਂ ਚਿੜੀ ਨਾਲ ਰੱਬ ਨੇ ਇਨਸਾਫ ਕਰਿਆ। ਸੋ ਇਹ ਸੀ ਦੋਸਤੋ ਕਹਾਣੀ ਚਿੜੀ ਅਤੇ ਕਾਂ ਦੀ। ਇਹੋ ਜਿਹੀ ਹੋਰ ਕਹਾਣੀ ਲੈ ਕੇ ਆਪਾਂ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸ਼ੁਕਰੀਆ। ਜਿਉਂਦੇ ਵਸਦੇ ਰਹੋ। ਸੱਤੇ ਖੈਰਾਂ। ਆਓ ਸੁਣਦੇ ਹਾਂ ਅੱਜ ਦੀ ਕਹਾਣੀ ਸਿਆਣਾ ਅਤੇ ਸ਼ਾਹੂਕਾਰ ਦਾ ਲੜਕਾ। ਇੱਕ ਸ਼ਾਹੂਕਾਰ ਸੀ, ਉਹਦੇ 4 ਲੜਕੇ ਸੀ। ਉਹਨਾਂ ਵਿੱਚੋਂ ਜਿਹੜਾ ਸਭ ਤੋਂ ਛੋਟਾ ਸੀ ਉਹ ਅਜੇ ਕੁਆਰਾ ਹੀ ਸੀ। ਥੋੜ੍ਹਾ ਜਿਹਾ ਲਾਡਲਾ ਜਿਹਾ ਵੀ ਸੀ, ਕੰਮ ਧੰਦਾ ਵੀ ਘੱਟ ਹੀ ਕਰਦਾ ਸੀ। ਹੁਣ ਜਦੋਂ ਦੂਜੇ ਸਾਰੇ ਵਿਆਹੇ ਗਏ, ਉਹ ਛੋਟੇ ਨੂੰ ਕਹਿੰਦੇ ਵੀ ਤੂੰ ਵੀ ਭਾਈ ਕੰਮ ਕਰਿਆ ਕਰ। ਉਹ ਕੰਮ ਤੋਂ ਟਲਦਾ ਹੁੰਦਾ ਸੀ। ਇੱਕ ਦਿਨ ਕੀ ਹੋ ਗਿਆ, ਝਗੜਾ ਹੋ ਗਿਆ। ਉਹ ਕਹਿੰਦਾ ਮੇਰੇ ਤੋਂ ਤਾਂ ਨਹੀਂ ਕੰਮ ਹੁੰਦਾ, ਜੇ ਮੇਰੇ ਤੋਂ ਇੰਨੇ ਹੀ ਦੁਖੀ ਹੋ ਮੈਂ ਤਾਂ ਕਿਤੇ ਹੋਰ ਹੀ ਚਲਾ ਜਾਂਦਾ। ਉਹ ਜੀ ਉਹਨੇ ਘਰੋਂ ਕੁਝ ਪੈਸੇ ਲਏ ਅਤੇ ਤੁਰ ਪਿਆ। ਹੁਣ ਤੁਰਿਆ ਜਾਂਦਾ, ਉਹਨੂੰ ਰਾਹ 'ਚ ਇੱਕ ਹੋਰ ਬੰਦਾ ਮਿਲ ਜਾਂਦਾ। ਉਹਦੇ ਨਾਲ ਰਲ ਕੇ ਉਹਨੇ ਕੁਝ ਵਾਟ ਤਾਂ ਤੁਰੇ ਜਾਂਦੇ ਆ ਇਕੱਠੇ ਹੀ, ਪਰ ਉਹ ਦੂਆ ਬੰਦਾ ਜਮਾਂ ਹੀ ਬੋਲਦਾ ਹੀ ਨਹੀਂ। ਇਹ ਉਹਨੂੰ ਕਹਿੰਦਾ ਭਾਈ ਐਂ ਤਾਂ ਆਪਣਾ ਸਫ਼ਰ ਨਹੀਂ ਨਿਬੜਨਾ, ਕੋਈ ਗੱਲਬਾਤ ਸੁਣਾ। ਉਹ ਕਹਿੰਦਾ ਬਾਈ ਮੈਂ ਨਹੀਂ ਕੋਈ ਗੱਲਬਾਤ ਕਦੇ ਕਰਦਾ ਹੁੰਦਾ, ਜੇ ਮੈਂ ਕਰਾਂ ਤਾਂ ਮੈਂ 100 ਰੁਪਈਆ ਇੱਕ ਗੱਲ ਦਾ ਲੈਣਾ, ਜੇ ਸੁਣਨੀ ਹੈ ਤਾਂ ਵੇਖ ਲੈ ਮੈਂ ਸੁਣਾ ਦਿੰਦਾ, ਨਹੀਂ ਤਾਂ ਮੈਂ ਤਾਂ ਆਪਦਾ ਇਸੇ ਤਰ੍ਹਾਂ ਹੀ ਤੁਰਿਆ ਜਾਊਂਗਾ। ਉਹ ਜੀ ਕੁਝ ਵਾਟ ਤਾਂ ਚੁੱਪ ਕਰਕੇ ਤੁਰ ਗਏ। ਫਿਰ ਉਹਨੇ ਸੋਚਿਆ ਵੀ ਐਂ ਤਾਂ ਗੱਲ ਨਹੀਂ ਬਣਨੀ, ਚੱਲ 100 ਰੁਪਏ ਹੀ ਆ, ਦੇ ਦਿੰਦੇ ਹਾਂ। ਕਹਿੰਦਾ ਲੈ ਬਈ ਲੈਣੀ 100 ਰੁਪਈਆ, ਤੂੰ ਗੱਲ ਸੁਣਾ। ਗੱਲ ਕਹਿੰਦਾ ਵੀ ਇਹ ਹੈ ਵੀ ਜੇ ਕਿਤੇ ਗਰਮੀ ਹੋਵੇ, ਤਲਾਅ ਛੱਪੜ 'ਤੇ ਨਹਾਉਣਾ ਹੋਵੇ ਤਾਂ ਪੱਤਣ ਛੱਡ ਕੇ ਨਹਾਈਏ। ਕਹਿੰਦਾ ਕੀ ਮਤਲਬ? ਕਹਿੰਦਾ ਮਤਲਬ ਇਹ ਜਿੱਥੇ ਆਮ ਲੋਕ ਨਹਾਉਂਦੇ ਆ ਉੱਥੇ ਕਦੇ ਨਾ ਨਹਾਈਏ, ਸੰਨ ਛੱਡ ਕੇ ਨਹਾਈਏ। ਇੰਨੀ ਗੱਲ ਕਰਕੇ ਉਹ ਕਹਿੰਦਾ ਭਾਈ ਦੇ ਮੇਰਾ 100 ਰੁਪਈਆ। ਉਹਨੇ 100 ਰੁਪਈਆ ਦੇ ਤਾ। ਫਿਰ ਕੁਝ ਦੂਰ ਤੁਰੇ ਜਾਂਦੇ ਆ। ਫਿਰ ਉਹ ਕਹਿੰਦਾ ਕੋਈ ਹੋਰ ਗੱਲ ਸੁਣਾ ਬਾਈ। ਕਹਿੰਦਾ ਮੇਰੀ ਤਾਂ ਉਹੀ ਸ਼ਰਤ ਆ। ਕਹਿੰਦਾ ਕੋਈ ਗੱਲ ਨਹੀਂ, ਮਨਜ਼ੂਰ ਆ ਤੇਰੀ ਸ਼ਰਤ, ਗੱਲ ਤਾਂ ਸੁਣਾ। ਜੇ ਕਹਿੰਦਾ ਕਿਤੇ ਰਾਤ ਕੱਟਣੀ ਪੈ ਜੇ, ਉੱਥੇ ਜਿਹੜਾ ਅਗਲੇ ਨੇ ਮੰਜਾ ਵਿਛਾਇਆ ਹੋਊ ਉਹਦੇ ਉੱਤੇ ਪਹਿਲਾਂ ਛਮਕੀ ਜਾਂ ਸੋਟੀ ਮਾਰ ਕੇ ਫੇਰ ਬੈਠੀਏ। ਕਹਿੰਦਾ ਲਿਆ ਬਈ 100 ਰੁਪਈਆ। ਫੇਰ ਉਹਨੇ ਫੇਰ ਦੇ ਤਾ। ਤੀਜੀ ਗੱਲ ਉਹਨੇ ਫੇਰ ਕਹੀ, ਕਹਿੰਦਾ ਰੇਟ ਮੇਰਾ ਉਹੀ ਆ, ਚੱਲ ਕਹਿੰਦਾ ਲੈ ਲਈ। ਕਹਿੰਦਾ ਜਦੋਂ ਕਿਸੇ ਅਨੋਬੜ ਅਤੇ ਜਿੱਥੇ ਕਿਸੇ ਦੀ ਜਾਣ ਪਛਾਣ ਨਾ ਹੋਵੇ ਉੱਥੇ ਕੋਈ ਚੀਜ਼ ਖਾਣੀ ਪੈ ਜਾਵੇ ਤਾਂ ਪਹਿਲਾਂ ਉਹਨੂੰ ਕਹੇ ਕਿ ਅੱਧੀ ਤੂੰ ਖਾ, ਤਾਂ ਬਾਅਦ 'ਚ ਆਪ ਖਾਈਏ। ਲਓ ਜੀ ਇੰਨੀਆਂ ਗੱਲਾਂ ਕਰਕੇ ਦੋਵੇਂ ਅੱਡ ਅੱਡ ਹੋ ਗਏ। ਉਹ ਸਿਆਣਾ ਤਾਂ ਆਪਣੇ ਪਿੰਡ ਨੂੰ ਚਲਾ ਗਿਆ। ਜਿਹੜਾ ਇਹ ਸ਼ਾਹੂਕਾਰ ਸੀ, ਜਿਹੜਾ ਬਾਣੀਏ ਦਾ ਮੁੰਡਾ ਸੀ, ਇਹ ਗਾਹਾਂ ਤੁਰਿਆ ਜਾਂਦਾ। ਉੱਥੇ ਦੇਖਿਆ, ਕੀ ਦੇਖਦਾ ਕਿ ਗਰਮੀਆਂ ਦੀ ਉਹੀ ਰੁੱਤ ਅਤੇ ਤਲਾਅ ਵੀ ਦੇਖ ਲੈਂਦਾ। ਹੁਣ ਉਹਦਾ ਜੀਅ ਕਰਿਆ ਵੀ ਇੱਥੇ ਨਹਾ ਲਈਏ। ਜਦੋਂ ਹੀ ਉਹ ਨਹਾਉਣ ਲੱਗਿਆ, ਉਹਨੂੰ ਉਹ ਸਿਆਣੇ ਬੰਦੇ ਦੀ ਗੱਲ ਕਹੀ ਯਾਦ ਆ ਗਈ ਵੀ ਜਿੱਥੇ ਆਮ ਲੋਕ ਹੋਣ ਉੱਥੋਂ ਪਾਸੇ ਹੋ ਕੇ ਨਹਾਉਣਾ ਚਾਹੀਦਾ। ਉਹ ਜੀ ਉਹਨੇ ਆਪਣੇ ਲੀੜੇ ਲਾ ਕੇ ਨਹਾਉਣ ਲੱਗ ਗਿਆ। ਨਹਾਉਂਦੇ ਦੀ ਕੀ ਹੋਇਆ, ਮੁੰਦਰੀ ਉੱਥੇ ਹੀ ਡਿੱਗ ਪਈ। ਹੁਣ ਆਪ ਤਾਂ ਨਹਾ ਕੇ ਉਹ ਗਾਹਾਂ ਚਲਾ ਗਿਆ। ਜਦੋਂ 2-3 ਮੀਲ ਦੂਰ ਗਿਆ, ਫਿਰ ਕਿਤੇ ਜਾ ਕੇ ਯਾਦ ਆਇਆ, ਓਹੋ ਮੇਰੀ ਤਾਂ ਮੂੰਹ ਦੀ ਉੱਥੇ ਹੀ ਰਹਿ ਗਈ। ਲਓ ਜੀ ਉਹ ਮੁੜ ਕੇ ਆਇਆ
ਦੇਖਿਆ ਤਾਂ ਮੂੰਦੀ ਉੱਥੇ ਹੀ ਪਈ ਸੀ। ਕਹਿੰਦਾ ਲੈ ਵੀ ਆਹ ਤਾਂ ਉਹ 100 ਰੁਪਏ ਦਾ ਹੱਕ ਮੁੜ ਗਿਆ ਆਪਣਾ। ਉਹ ਬੰਦੇ ਨੇ ਕਿਹਾ ਸੀ ਪੱਤਣ ਛੱਡ ਕੇ ਨਹਾਉਣਾ, ਤਾਂ ਹੀ ਕਹਿੰਦਾ ਬਚ ਗਈ। ਜਿੱਥੇ ਬਹੁਤੇ ਲੋਕ ਹੁੰਦੇ ਉਹ ਤਾਂ ਕਹਿੰਦਾ ਖਬਰ ਕਿਹਨੇ ਚੱਕ ਕੇ ਲੈ ਜਾਣੀ ਸੀ। ਲਓ ਜੀ, ਉੱਥੋਂ ਤੁਰਿਆ ਜਾਂਦਾ, ਗਾਹਾਂ ਜਾ ਕੇ ਇੱਕ ਠੱਗਾਂ ਦਾ ਪਿੰਡ ਆ ਜਾਂਦਾ। ਆਥਣ ਵੀ ਹੋ ਜਾਂਦੀ ਹੈ। ਉਦੋਂ ਬਾਅਦ ਤਾਂ ਫਿਰ ਤੁਰਨ ਦਾ ਵੇਲਾ ਹੀ ਨਹੀਂ ਰਹਿੰਦਾ। ਉਹਨੇ ਕਈਆਂ ਨੂੰ ਪੁੱਛਿਆ ਬਈ ਮੈਂ ਰਾਤ ਕੱਟਣੀ ਆ, ਕਿਵੇਂ ਕੱਟਾਂ ਅਤੇ ਕਿਹਦੇ ਕੱਟਾਂ। ਉਹ ਸਾਰਾ ਪਿੰਡ ਠੱਗਾਂ ਦਾ ਸੀ। ਉੱਥੇ ਉਹਨੂੰ ਇੱਕ ਨੌਜਵਾਨ ਲੜਕੀ ਆਪਣੇ ਨਾਲ ਲੈ ਗਈ। ਉੱਥੇ ਉਹਨੇ ਮੰਜਾ ਅਣਮੁੜਿਆ ਪਿਆ ਸੀ, ਉਹਦੇ ਉੱਤੇ ਚਾਦਰ ਵਿਛਾਤੀ ਅਤੇ ਥੱਲੇ ਉਬਲਦਾ ਸੀ ਕੜਾਹਾ। ਉਹਨੇ ਚਾਦਰ 'ਤੇ ਜਾ ਕੇ ਛਮਕੀ ਮਾਰੀ ਤਾਂ ਚਾਦਰ ਡਿੱਗ ਪਈ ਕੜਾਹੇ 'ਚ। ਉਹਨੇ ਕਿਹਾ ਹੈਂ, ਆਹ ਤਾਂ ਉਹ ਬੰਦੇ ਦੀ ਕਹੀ ਹੋਈ ਗੱਲ ਸੱਚੀ ਹੋ ਗਈ। ਜੇ ਮੈਂ ਚਮਕੀ ਨਾ ਮਾਰਦਾ, ਆਈ ਮੰਜੇ 'ਤੇ ਬਹਿ ਜਾਂਦਾ ਤਾਂ ਮੈਂ ਤਾਂ ਥੱਲੇ ਕੜਾਹੇ 'ਚ ਡਿੱਗ ਪੈਣਾ ਸੀ ਅਤੇ ਮਰੀ ਜਾਣਾ ਸੀ। ਕੜਾਹਾ ਤਾਂ ਗਰਮ। ਉਹ ਠੱਗ ਦੀ ਧੀ ਨੂੰ ਕਹਿੰਦਾ ਤੂੰ ਮੈਨੂੰ ਮਾਰ ਕੇ ਨਾ ਐਂ ਪਛਤਾਉਣੀ ਜਿਵੇਂ ਜੱਟ ਨੇ ਕੁੱਤੀ ਮਾਰ ਕੇ ਪਛਾਇਆ। ਕੁੜੀ ਨੇ ਦਿਮਾਗ 'ਤੇ ਥੋੜ੍ਹਾ ਜਿਹਾ ਬੋਝ ਆ ਗਿਆ ਕਿ ਇਹ ਕਿਹੜੀ ਗੱਲ ਕਹਿੰਦਾ। ਕਹਿੰਦੀ ਮੈਨੂੰ ਗੱਲ ਦੱਸ ਪੂਰੀ ਹੈ ਕਿ ਜੱਟ ਅਤੇ ਕੁੱਤੀ ਦੀ ਕੀ ਗੱਲ। ਉਹ ਕਹਿੰਦਾ ਗੱਲ ਇਹ ਹੈ ਵੀ ਕਿਸੇ ਜੱਟ ਦੇ ਹੋ ਗਈ ਸੀ ਚੋਰੀ। ਉਹ ਜਿਹੜੇ ਚੋਰ ਸਮਾਨ ਲੈ ਕੇ ਗਏ, ਕੁੱਤੀ ਉਹਨਾਂ ਦੇ ਮਗਰ ਤੁਰ ਗਈ ਅਤੇ ਉਹਨਾਂ ਨੇ ਸਮਾਨ ਗਾਹਾਂ ਜਾ ਕੇ ਟਿੱਬੇ 'ਤੇ ਜਾ ਕੇ ਨੱਪਤਾ। ਅਤੇ ਜਦੋਂ ਨੱਪਤਾ ਤਾਂ ਹੁਣ ਉਹ ਅੱਡ ਹੋ ਗਏ ਵੀ ਕੁਝ ਦਿਨਾਂ ਨੂੰ ਆਪਾਂ ਇੱਥੇ ਆ ਕੇ ਸਮਾਨ ਕੱਢ ਕੇ ਆਪਸ 'ਚ ਵੰਡ ਲਾਂਗੇ। ਕੁੱਤੀ ਘਰੇ ਆ ਗਈ ਅਤੇ ਜੱਟ ਉੱਧਰੋਂ ਘਰੇ ਆ ਗਿਆ, ਕਿਤੇ ਬਾਹਰ ਗਿਆ ਹੋਇਆ ਸੀ ਵਿਆਹ 'ਤੇ। ਜਦੋਂ ਆਇਆ ਤਾਂ ਕੁੱਤੀ ਜੱਟ ਦੇ ਮਗਰ ਤੁਰੇ, ਉਹਦੇ ਪੈਰਾਂ 'ਤੇ ਡਿੱਗੀ ਜਾਵੇ, ਨਾਲੇ ਚੂੰ ਚੂੰ ਕਰੀ ਜਾਵੇ। ਜੱਟ ਨੂੰ ਗੁੱਸਾ ਚੜ੍ਹ ਗਿਆ ਵੀ ਇਹ ਕੀ ਕਰੀ ਜਾਂਦੀ ਹੈ, ਮੇਰਾ ਸਾਰਾ ਘਰ ਲੁੱਟ ਗਿਆ ਅਤੇ ਇਹ ਮੇਰਾ ਖਹਿੜਾ ਹੀ ਨਹੀਂ ਛੱਡਦੀ। ਉਹਨੇ ਤਾਂ ਜੀ ਗੁੱਸੇ 'ਚ ਆ ਕੇ ਕੁੱਤੀ 'ਤੇ ਸੋਟੀ ਮਾਰਤੀ ਅਤੇ ਕੁੱਤੀ ਵਿਚਾਰੀ ਮਰ ਗਈ। ਜਦ ਖੋਜੀ ਆਇਆ ਤਾਂ ਉਹਨੇ ਪੈੜ ਕੱਢੀ। ਖੋਜੀ ਨੇ ਦੱਸਿਆ ਜੱਟ ਨੂੰ ਕਿ ਤੇਰੀ ਕੁੱਤੀ ਚੋਰਾਂ ਦੇ ਮਗਰ ਟਿੱਬੇ 'ਤੇ ਗਈ ਸੀ ਅਤੇ ਜਿੱਥੇ ਕਿ ਸਮਾਨ ਨੱਪਿਆ ਹੋਇਆ ਸੀ। ਓਹੋ, ਜੱਟ ਬਹੁਤ ਪਛਤਾਇਆ। ਕਹਿੰਦਾ ਫਿਰ ਇਹ ਤਾਂ ਕੁੱਤੀ ਮੈਨੂੰ ਇਹ ਕਹਿੰਦੀ ਸੀ ਕਿ ਤੂੰ ਮੇਰੇ ਮਗਰ ਚੱਲ, ਮੈਂ ਤੇਰਾ ਸਮਾਨ ਕਢਾਵਾਂ। ਉਹ ਜੱਟ ਬਹੁਤ ਪਛਤਾਇਆ। ਠੱਗਾਂ ਨੇ ਤਾਂ ਜੀ ਠੱਗੀ ਮਾਰਨੀ ਹੁੰਦੀ ਹੈ, ਇਹਨਾਂ ਦਾ ਤਾਂ ਹੋਰ ਕੋਈ ਕੰਮ ਹੁੰਦਾ ਨਹੀਂ। ਉਹ ਸਾਹੂਕਾਰ ਨੇ ਜਿਹੜੀ ਗੱਲ ਉਹਨੂੰ ਸੁਣਾਈ ਸੀ ਉਹਦੇ 'ਤੇ ਕੁੜੀ 'ਤੇ ਬਹੁਤਾ ਅਸਰ ਨਾ ਹੋਇਆ। ਉਹ ਲੜਕੀ ਸਾਹੂਕਾਰ ਦੇ ਲੜਕੇ ਵਾਸਤੇ ਦੁੱਧ ਲੈ ਕੇ ਆ ਗਈ, ਪਰ ਗੱਲ ਆਹੀ ਆਦਤ ਤੋਂ ਮਜਬੂਰ ਵਿੱਚ ਜ਼ਹਿਰ ਪਾ ਲਿਆ ਅਤੇ ਆਖਣ ਲੱਗੀ ਲੈ ਦੁੱਧ ਪੀ ਲੈ। ਉਹ ਕਹਿੰਦਾ ਨਾ ਬਈ, ਅੱਧਾ ਤੂੰ ਪੀ ਫਿਰ ਮੈਂ ਪੀਊਂਗਾ। ਦੁੱਧ ਉਹ ਕਿਵੇਂ ਪੀਵੇ? ਕੁੜੀ ਨੂੰ ਤਾਂ ਪਤਾ ਹੀ ਸੀ ਵੀ ਜ਼ਹਿਰ ਪਾਇਆ ਹੈ। ਜਦੋਂ 2 ਮਿੰਟ ਉਹਨਾਂ ਦੀ ਤਕਰਾਰ ਹੋਇਆ ਤਾਂ ਉਹ ਵੀ ਸਮਝ ਗਿਆ ਵੀ ਇਹਨੇ ਕੁਛ ਰਲਾਇਆ ਹੋਣਾ, ਤਾਂ ਹੀ ਨਹੀਂ ਪੀਂਦੀ। ਉਹ ਠੱਗ ਦੀ ਧੀ ਨੂੰ ਕਹਿੰਦਾ ਤੂੰ ਮੈਨੂੰ ਮਾਰ ਕੇ ਐਂ ਪਛਤਾਵੇਂਗੀ ਜਿਵੇਂ ਰਾਜਾ ਬਾਜ ਨੂੰ ਮਾਰ ਕੇ ਪਛਤਾਇਆ ਸੀ। ਉਹ ਕਹਿੰਦੀ ਪਹਿਲਾਂ ਤੂੰ ਮੈਨੂੰ ਇਹੀ ਗੱਲ ਸਮਝਾ, ਇਹ ਰਾਜਾ ਅਤੇ ਬਾਜ ਦੀ ਕੀ ਗੱਲ ਆ। ਉਹ ਕਹਿੰਦਾ ਤੇਰੇ 'ਤੇ ਕੋਈ ਗੱਲ ਦਾ ਅਸਰ ਤਾਂ ਹੁੰਦਾ ਨਹੀਂ, ਪਹਿਲਾਂ ਤੈਨੂੰ ਜੱਟ ਅਤੇ ਕੁੱਤੀ ਦੀ ਵੀ ਸੁਣਾਈ ਸੀ। ਉਹ ਕਹਿੰਦੀ ਨਹੀਂ, ਐਤਕੀ ਅਸਰ ਹੋਊਗਾ, ਮੈਨੂੰ ਗੱਲ ਦੱਸ। ਉਹ ਕਹਿੰਦਾ ਇੱਕ ਸਾਹੂਕਾਰ ਦਾ ਲੜਕਾ ਕਹਿੰਦਾ ਇੱਕ ਰਾਜਾ ਸ਼ਿਕਾਰ ਖੇਡਣ ਗਿਆ ਸੀ। ਗਰਮੀ ਦਾ ਮਹੀਨਾ ਸੀ, ਦੁਪਹਿਰ ਹੋ ਗਈ। ਰਾਜੇ ਨੂੰ ਬੜੀ ਪਿਆਸ ਲੱਗੀ। ਉਹ ਇੱਕ ਪਿੱਪਲ ਦੇ ਦਰਖਤ ਹੇਠਾਂ ਚਲਾ ਗਿਆ। ਪਿੱਪਲ 'ਤੇ ਇੱਕ ਸਰਾਲ ਪਈ ਸੀ। ਸਰਾਲ ਦੇ ਮੂੰਹ ਵਿੱਚੋਂ ਪਾਣੀ ਟੱਪ ਕੇ ਆਇਆ। ਜਦੋਂ ਪਾਣੀ ਟੱਪਦਾ ਦੇਖਿਆ ਤਾਂ ਰਾਜੇ ਨੇ ਉਹਦੇ ਥੱਲੇ ਗਲਾਸ ਧਰਤਾ। ਉਹ ਤਾਂ ਝਾਕਿਆ ਹੀ ਨਹੀਂ ਵੀ ਇਹ ਪਾਣੀ ਆਉਂਦਾ ਕਿੱਥੋਂ। ਉਹਨੂੰ ਪਿਆਸ ਲੱਗੀ ਹੋਈ ਸੀ। ਜਦ ਗਲਾਸ ਅੱਧਾ ਭਰ ਗਿਆ ਤਾਂ ਮੂੰਹ ਨੂੰ ਲਾਉਣ ਲੱਗਿਆ ਤਾਂ ਬਾਜ ਨੇ ਪੌਂਚਾ ਮਾਰ ਕੇ ਗਲਾਸ ਢਾਤਾ ਵੀ ਇਹ ਕਿਤੇ ਰਾਜਾ ਜ਼ਹਿਰ ਨਾ ਪੀ ਲਵੇ। ਰਾਜੇ ਨੂੰ ਤਾਂ ਗੁੱਸਾ ਆ ਗਿਆ ਵੀ ਬਾਜ ਨੇ ਮੈਨੂੰ ਪਿਆਸ ਲੱਗੀ ਸੀ, ਮੈਂ ਪਾਣੀ ਪੀਣਾ ਸੀ, ਇਹਨੇ ਪਾਣੀ ਢੁਲਾਤਾ। ਉਹਨੇ ਜੀ ਬਾਜ ਨੂੰ ਤੀਰ ਮਾਰ ਕੇ ਮਾਰਤਾ। ਜਦੋਂ ਰਾਜੇ ਨੇ ਤਾਹਾਂ ਝਾਕਿਆ ਤਾਂ ਵੇਖਿਆ ਪਾਣੀ ਤਾਂ ਸਰਾਲ ਦੇ ਮੂੰਹ 'ਚੋਂ ਆਉਂਦਾ ਸੀ। ਰਾਜੇ ਨੇ ਸੋਚਿਆ ਓਹੋ, ਜੇ ਮੈਂ ਪਾਣੀ ਪੀ ਲੈਂਦਾ ਮੈਂ ਤਾਂ ਮਰ ਹੀ ਜਾਣਾ ਸੀ। ਬਾਜ ਨੂੰ ਵਿਚਾਰੇ ਨੂੰ ਮੈਂ ਉਹੀ ਮਾਰਤਾ। ਲਓ ਜੀ, ਇਹ ਗੱਲ ਦਾ ਕੁੜੀ 'ਤੇ ਅਸਰ ਹੋ ਗਿਆ। ਉਹ ਆਖਣ ਲੱਗੀ ਰੱਬ ਦਾ ਬੰਦਿਆ, ਤੂੰ ਬੰਦਾ ਵਧੀਆ, ਮੈਨੂੰ ਨਾਲ ਹੀ ਲੈ ਚੱਲ। ਤੂੰ ਕਹਿੰਦਾ ਅੱਜ ਤੋਂ ਮੇਰਾ ਬੰਦਾ ਅਤੇ ਮੈਂ ਤੇਰੀ ਔਰਤ। ਉਹ ਕਹਿੰਦਾ ਨਾ,
ਮੈਂ ਤੈਨੂੰ ਕਿੱਥੇ ਲੈ ਚੱਲਣਾ। ਉਹ ਕਹਿੰਦੀ ਬਈ ਉਹ ਦੇਖ ਊਂਠਣੀਆਂ ਖੜੀਆਂ ਨੇ ਦੋ, ਇੱਕ ਤਾਂ ਜਾਂਦੀ ਹੈ ਘੰਟੇ 'ਚ 15 ਮੀਲ ਅਤੇ ਦੂਈ ਜਾਂਦੀ ਹੈ 20 ਮੀਲ। ਤੂੰ 20 ਮੀਲ ਵਾਲੀ ਖੋਲ੍ਹ ਲਾ ਅਤੇ ਕਾਠੀ ਪਾ ਲਾ, ਮੈਂ ਜਿਹੜਾ ਘਰੇ ਪੈਸਾ ਧੇਲਾ ਪਿਆ ਉਹ ਚੱਕ ਲਾਂ ਅਤੇ ਚੱਲ ਤੂੰ ਮੈਨੂੰ ਲੈ ਚੱਲ। ਉਹਨੇ ਜੀ ਭੁਲੇਖੇ ਨਾਲ 15 ਮੀਲ ਵਾਲੀ ਖੋਲ੍ਹ ਲਈ। ਉਹ ਆਪਦਾ ਸਮਾਨ ਬੰਨ੍ਹ ਲਿਆ ਅਤੇ ਚੜ੍ਹ ਗਏ। ਜਦੋਂ ਤੁਰ ਪਏ ਤਾਂ ਵਾਪਸ ਪਿੰਡ ਪਿਆ। ਆਪਦੇ ਪਿੰਡ ਨੂੰ 5-7 ਮੀਲ ਹੀ ਹਲੇ ਗਏ ਹੋਣੇ ਆ। ਇੰਨੇ ਚਿਰ ਨੂੰ ਠੱਗ ਨੂੰ ਵੀ ਬਾਹਰੋਂ ਆ ਗਿਆ ਉਹਦਾ ਜਿਹੜਾ ਕੁੜੀ ਦਾ ਪਿਓ ਸੀ। ਉਹਨੇ ਆ ਕੇ ਦੇਖਿਆ, ਗੁਆਂਢੀਆਂ ਨੂੰ ਪੁੱਛਿਆ ਵੀ ਇਹ ਕੌਣ ਸੀ। ਉਹ ਕਹਿੰਦਾ ਇੱਕ ਬੰਦਾ ਆਇਆ ਸੀ, ਉਹ ਲੈ ਗਿਆ ਤੇਰੀ ਕੁੜੀ ਨੂੰ। ਉਹਨੇ ਤਾਂ ਭਾਈ ਦੂਜੀ ਬੋਤੀ ਖੋਲ੍ਹ ਲਈ 20 ਮੀਲ ਵਾਲੀ ਅਤੇ ਲਾ ਲਈ ਮਗਰ। ਹੁਣ ਉਹ ਜੀ ਵੱਧ ਭੱਜਣ ਵਾਲੀ ਸੀ। ਉਹ ਜੀ 10-12 ਮੀਲ 'ਤੇ ਜਾ ਕੇ ਉਹਨਾਂ ਨੂੰ ਮਿਲ ਗਿਆ। ਉਹਨੇ ਦੇਖਿਆ ਵੀ ਮਗਰ ਤਾਂ ਉਹੀ ਕੁੜੀ ਆ। ਕੁੜੀ ਕਹਿੰਦੀ ਇਹ ਤਾਂ ਮੇਰਾ ਪਿਓ ਆਉਂਦਾ, ਉਹਨੇ ਤਾਂ ਆਪਾਂ ਦੋਵਾਂ ਨੂੰ ਨਹੀਂ ਛੱਡਣਾ। ਉਹਨਾਂ ਨੂੰ ਜੀ ਸੰਘਣੇ ਜਿਹੇ ਦਰੱਖਤਾਂ 'ਚ ਜਦੋਂ ਚਲੇ ਗਏ ਤਾਂ ਸਾਹੂਕਾਰ ਵੀ ਸਿਆਣਾ ਸੀ। ਉਹ ਕਹਿੰਦਾ ਤੂੰ ਐਂ ਕਰ, ਇੱਥੇ ਬੈਠੀ ਰਹਿ ਅਤੇ ਹੌਲੀ ਹੌਲੀ ਤੁਰੀ ਜਾ ਇਸੇ ਬੋਤੀ ਦੇ ਉੱਤੇ, ਮੈਂ ਇਹਦੇ ਡਾਣੇ 'ਤੇ ਚੜ੍ਹ ਜਾ, ਜਦੋਂ ਹੇਠਾਂ ਟੱਪੂਗਾ ਤਾਂ ਮੈਂ ਉਹਨੂੰ ਮਾਰ ਦੂੰਗਾ। ਉਹ ਜੀ ਉਹਨੇ ਐਂ ਕੀਤਾ। ਹੋਰ ਤਾਂ ਕਹਿੰਦਾ ਮੇਰੇ ਕੋਲ ਕੋਈ ਇਲਾਜ ਹੈ ਨਹੀਂ। ਉਹਨੇ ਤਲਵਾਰ ਲੈ ਕੇ ਉਹ ਦਰੱਖਤ 'ਤੇ ਚੜ੍ਹ ਗਿਆ। ਦਰੱਖਤ ਸੰਘਣਾ ਸੀ। ਜਦੋਂ ਉਹ ਠੱਗ ਹੇਠੋਂ ਦੀ ਟੱਪਣ ਲੱਗਿਆ ਤਾਂ ਉਹਨੇ ਤਲਵਾਰ ਮਾਰ ਕੇ ਮਾਰਤਾ ਅਤੇ ਉੱਥੇ ਹੀ ਸਿੱਟਤਾ। ਆਪ ਉਹਨਾਂ ਦੋਹਾਂ ਨੇ ਦੂਈ ਜਿਹੜੀ ਬੋਤੀ ਸੀ 20 ਮੀਲ ਵਾਲੀ, ਉਹ ਤੋਂ ਲੈ ਕੇ ਆਪਣੇ ਪਿੰਡ ਆ ਵੜੇ। ਉਹਦੇ ਭਰਾ ਆਂਦੇ ਵੀ ਆਪਾਂ ਤਾਂ ਇਹ ਮੁੰਡੇ ਨੂੰ ਕਮਲਾ ਹੀ ਸਮਝਦੇ ਸੀ, ਇਹਨੇ ਤਾਂ ਸਾਰਾ ਕੁਝ ਹੀ ਕਰ ਲਿਆ, ਵਿਆਹ ਕਰਾ ਕੇ ਵੀ ਆ ਗਿਆ, ਨਾਲੇ ਇਹਨਾਂ ਧਨ ਵੀ ਲਈ ਆਉਂਦਾ। ਆ ਕੇ ਜੀ ਉਹਨੇ ਉਹ ਸ਼ਹਿਰ 'ਚ ਆਪਦਾ ਕਾਰੋਬਾਰ ਚਲਾ ਲਿਆ, ਚੰਗੇ ਮਕਾਨ ਬਣਾ ਲਏ, ਰਹਿਣ ਬਹਿਣ ਲੱਗ ਗਏ ਅਤੇ ਹੁਣ ਉਹ ਦੋਵੇਂ ਜੀ ਆਰਾਮ ਨਾਲ ਰਹਿੰਦੇ ਆ। ਸੋ ਇਸ ਤਰ੍ਹਾਂ ਸਿਆਣੇ ਬੰਦੇ ਦੀਆਂ ਗੱਲਾਂ ਨੇ ਸ਼ਾਹੂਕਾਰ ਦੇ ਮੁੰਡੇ ਨੂੰ ਬੰਦਾ ਬਣਾਤਾ। ਇਹ ਸੀ ਜੀ ਅੱਜ ਦੀ ਕਹਾਣੀ। ਫਿਰ ਮਿਲਦੇ ਹਾਂ ਇਹੋ ਜਿਹੀ ਇੱਕ ਹੋਰ ਕਹਾਣੀ ਦੇ ਨਾਲ। ਤਦ ਤੱਕ ਲਈ ਸ਼ੁਕਰੀਆ। ਜਿਉਂਦੇ ਵੱਸਦੇ ਰਹੋ। ਸੱਤੇ ਖੈਰਾਂ।